Hello students, I'm your teacher Dr. Satvinder Kaur. In today's lecture I will teach you about the agriculture credit, agriculture finance ਵੀ ਬੋਲਦੇ ਨੇ, agriculture credit ਵੀ ਬੋਲਦੇ ਨੇ, rural credit ਦੇ ਨਾਮ ਨਾਲ ਵੀ ਇਸਨੂੰ ਜਾਣਦੇ ਨੇ। ਸੋ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਐਗਰੀਕਲਚਰ ਕ੍ਰੈਡਿਟ ਜਿਹੜਾ ਹੈ ਉਹ ਫਾਈਨੈਂਸ ਹੈ ਜਿਹੜਾ ਕਿ ਰੂਰਲ ਏਰੀਆਜ਼ ਦੇ ਵਿੱਚ ਐਗਰੀਕਲਚਰ ਜਾਂ ਐਗਰੀਕਲਚਰ ਨਾਲ ਅਲਾਈਡ ਐਕਟੀਵਿਟੀਜ਼ ਦੇ ਲਈ ਦਿੱਤਾ ਜਾਂਦਾ ਹੈ। ਐਗਰੀਕਲਚਰ ਅਲਾਈਡ ਐਕਟੀਵਿਟੀਜ਼ ਮਤਲਬ ਕਿ ਉਹ ਕਿੱਤੇ, ਉਹ ਓਕੂਪੇਸ਼ਨਸ ਜਿਹੜੇ ਡਾਇਰੈਕਟ ਜਾਂ ਇਨਡਾਇਰੈਕਟ ਤੌਰ ਦੇ ਨਾਲ ਐਗਰੀਕਲਚਰ ਦੇ ਨਾਲ ਜੁੜੇ ਹੋਏ ਨੇ। ਸੋ ਐਗਰੀਕਲਚਰ ਕ੍ਰੈਡਿਟ ਜਿਹੜਾ ਹੈ ਉਸਦੇ ਬਾਰੇ ਸਭ ਤੋਂ ਪਹਿਲੇ ਆਪਾਂ ਇਹ ਗੱਲ ਕਰਨਾ ਚਾਹਾਂਗੇ ਕਿ ML ਡਾਰਲਿੰਗ ਦੀ ਵੀ ਇੱਕ ਬੁੱਕ ਦੇ ਵਿੱਚ ਉਸਨੇ ਮੈਂਸ਼ਨ ਕੀਤਾ ਸੀਗਾ ਕਿ ਇੰਡੀਆ ਦਾ ਫਾਰਮਰ ਜਿਹੜਾ ਹੈ ਬੋਰਨ ਇਨ ਡੈਟ, ਲਿਵਸ ਇਨ ਡੈਟ ਐਂਡ ਡਾਈਜ਼ ਇਨ ਡੈਟ। ਸੋ ਇਹ ਇੰਡੀਅਨ ਪੀਸੈਂਟ ਦੀ ਜਿਹੜੀ ਹੈ ਤਰਾਸਦੀ ਹੈ ਕਿ ਉਹ ਕਰਜ਼ੇ 'ਚ ਹੀ ਜਿੰਦਾ, ਕਰਜ਼ੇ 'ਚ ਹੀ ਜਨਮ ਲੈਂਦਾ ਹੈ ਕਿਉਂਕਿ ਉਸਦੇ ਪਿਤਾ ਦੇ ਸਿਰ ਦੇ ਉੱਤੇ ਕਰਜ਼ਾ ਹੁੰਦਾ ਹੈ ਅਤੇ ਉਹ ਮਰ ਵੀ ਕਰਜ਼ੇ 'ਚ ਹੀ ਜਾਂਦਾ ਅਤੇ ਈਵਨ ਕਿ ਆਪਣੀਆਂ ਪੁਸ਼ਤਾਂ ਤੱਕ ਉਸ ਕਰਜ਼ੇ ਨੂੰ ਦੇ ਕੇ ਜਾਂਦਾ ਹੈ ਉਹਨਾਂ ਨੂੰ ਐਜ਼ ਅ ਵਸੀਅਤ। ਸੋ ਦੈਟ ਮੀਨਸ ਕਿ ਕਰਜ਼ਾ ਜਿਹੜਾ ਹੈ ਫਾਰਮਿੰਗ ਦੇ ਨਾਲ ਬਹੁਤ ਡੀਪਲੀ ਜੁੜਿਆ ਹੋਇਆ। ਸੋ ਇਸੇ ਲਈ ਜ਼ਰੂਰਤ ਹੈ ਇਸ ਕਰਜ਼ੇ ਦਾ ਬੋਝ ਘੱਟ ਕਰਨ ਦੇ ਲਈ ਰੂਰਲ ਕ੍ਰੈਡਿਟ ਫੈਸਿਲਿਟੀਜ਼ ਨੂੰ, ਐਗਰੀਕਲਚਰ ਫਾਈਨੈਂਸਿਸ ਨੂੰ ਦਿੱਤਾ ਜਾਏ। ਸੋ ਇਸਦਾ ਸਭ ਤੋਂ ਪਹਿਲਾ ਕਾਰਨ ਹੈ ਕਿ ਕਿਸਾਨ ਜਿਹੜੇ ਨੇ ਕਈ ਕਿਸਾਨ ਨੇ ਜਿਹੜੇ ਕਿ ਬਹੁਤ ਸਮਾਲ ਨੇ, ਲੈਂਡ ਹੋਲਡਿੰਗ ਉਹਨਾਂ ਦੀ ਬਹੁਤ ਘੱਟ ਹੈ ਜਾਂ ਗਰੀਬ ਕਿਸਾਨ ਨੇ। ਦੂਸਰੀ ਗੱਲ, ਐਗਰੀਕਲਚਰ ਦੇ ਵਿੱਚ ਲੈਂਡ ਇੰਪਰੂਵਮੈਂਟ ਕਰਨੀ ਹੈ ਜਾਂ ਐਗਰੀਕਲਚਰ ਦੇ ਵਿੱਚ ਟੈਕਨੋਲੋਜੀਕਲ ਇੰਪਰੂਵਮੈਂਟ ਕਰਨੀ ਹੈ ਅਤੇ ਉਸ ਟਾਈਮ ਦੇ ਉੱਤੇ ਵੀ ਕ੍ਰੈਡਿਟ ਦੀ ਜ਼ਰੂਰਤ ਹੁੰਦੀ ਹੈ। ਇੱਕ ਗੱਲ ਇਹ ਵੀ ਹੈ ਕਿ ਇੱਕ ਫਸਲ ਨੂੰ ਪੱਕਣ ਦੇ ਵਿੱਚ 6 ਮਹੀਨੇ ਲੱਗ ਜਾਂਦੇ ਆ। ਜਿਵੇਂ ਕੋਈ ਬਿਜ਼ਨਸਮੈਨ ਆ ਉਸਨੂੰ ਰੋਜ਼ ਦੀ ਰੋਜ਼ ਕਮਾਈ ਹੁੰਦੀ ਹੈ, ਪਰ ਜਿਹੜਾ ਐਗਰੀਕਲਚਰਲਿਸਟ ਹੈ ਉਸਨੂੰ 6 ਮਹੀਨਿਆਂ ਬਾਅਦ ਉਸਦਾ ਰਿਟਰਨ ਮਿਲਣਾ ਹੁੰਦਾ, ਇਸ ਲਈ ਉਹ 6 ਮੰਥ ਜਿਹੜਾ ਹੈ ਉਸਦੇ ਲਈ ਉਹ ਬੈਲੈਂਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅਤੇ ਇਸ ਦੇ ਨਾਲ ਹੀ ਜਿਹੜੇ ਐਗਰੀਕਲਚਰ ਨਾਲ ਰਿਲੇਟਿਡ ਹੋਰ ਆਰਟੀਜ਼ਨਸ ਨੇ ਜਾਂ ਲੇਬਰਰਸ ਨੇ ਉਹਨਾਂ ਨੂੰ ਵੀ ਟਾਈਮ ਆਫਟਰ ਟਾਈਮ ਜਿਹੜਾ ਹੈ ਕਰਜ਼ੇ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਇਸ ਲਈ ਐਗਰੀਕਲਚਰ ਦੀ ਜਿਹੜੀ ਹੈ ਕ੍ਰੈਡਿਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਿੰਡਾਂ ਦੇ ਵਿੱਚ ਐਗਰੀਕਲਚਰ ਕ੍ਰੈਡਿਟ ਦੀ ਤਾਂ ਵੀ ਜ਼ਰੂਰਤ ਹੈ ਕਿਉਂਕਿ ਪਿੰਡਾਂ ਵਿੱਚ ਐਗਰੀਕਲਚਰ ਸੈਕਟਰ ਤੋਂ ਇਲਾਵਾ ਹੋਰ ਵੀ ਜਿਹੜੇ ਨੇ ਪ੍ਰੋਫੈਸ਼ਨਸ ਨੇ ਜਿਨ੍ਹਾਂ ਨੂੰ ਪੈਸੇ ਦੀ, ਬੇਰੁਜ਼ਗਾਰੀ ਦੇ ਕਾਰਨ ਪੈਸੇ ਦੀ ਜ਼ਰੂਰਤ ਹੁੰਦੀ ਹੈ। ਸੋ ਇਹਦੀਆਂ 3 ਤਰ੍ਹਾਂ ਦੀਆਂ ਟਾਈਪਸ ਹੁੰਦੀਆਂ ਨੇ। ਟਾਈਪ 1 ਹੈ ਸ਼ਾਰਟ ਟਰਮ ਕ੍ਰੈਡਿਟ। ਸ਼ਾਰਟ ਟਰਮ ਕ੍ਰੈਡਿਟ ਦੇ ਵਿੱਚ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਸਿਰਫ ਸੀਡਸ, ਫਰਟੀਲਾਈਜ਼ਰਸ, ਡੀਜ਼ਲ ਇਹੋ ਜਿਹੇ ਕੰਮਾਂ ਲਈ ਜਾਂ ਫੈਮਿਲੀ ਐਕਸਪੈਂਸਿਸ ਨੂੰ ਕਵਰ ਕਰਨ ਦੇ ਲਈ ਜਿਹੜਾ ਹੈ ਬਹੁਤ ਥੋੜ੍ਹੇ ਸਮੇਂ ਦੇ ਲਈ ਫਾਰਮਰ ਕਰਜ਼ਾ ਲੈ ਲੈਂਦੇ ਨੇ। ਮੀਡੀਅਮ ਟਰਮ ਕ੍ਰੈਡਿਟ ਦੇ ਵਿੱਚ ਆਉਂਦਾ ਉਹ ਕ੍ਰੈਡਿਟ ਜਿਹੜਾ ਕਿ ਥੋੜ੍ਹੀ ਬਹੁਤ ਲੈਂਡ ਇੰਪਰੂਵਮੈਂਟ ਵੀ ਆ ਜਾਂਦੀ ਹੈ ਇਹਦੇ ਵਿੱਚ, ਜਾਂ ਜਿਹੜੇ ਨੇ ਹੋਰ ਹਲਕੇ ਫੁਲਕੇ ਜਿਹੜੇ ਸੰਦ ਨੇ ਐਗਰੀਕਲਚਰ ਨਾਲ ਰਿਲੇਟਿਡ ਜਾਂ ਪਸ਼ੂ ਪਰਚੇਜ਼ ਕਰਨੇ ਨੇ ਉਹਦੇ ਵਿੱਚ ਆ ਜਾਂਦੇ ਨੇ। ਲਾਸਟ ਹੁੰਦਾ ਲੌਂਗ ਟਰਮ ਕ੍ਰੈਡਿਟ ਜਿਹਦੇ ਵਿੱਚ ਹੈਵੀ ਮਸ਼ੀਨਰੀ, ਲੈਂਡ ਦੀ ਪਰਚੇਜ਼, ਚੀਜ਼ਾਂ ਜਿਹੜੀਆਂ ਨੇ ਜਾਂ ਕੋਈ ਨਵੀਂ ਟੈਕਨੀਕ ਜਿਹੜੀ ਹੈ ਫਾਰਮਰ ਨੇ ਐਕਸਪੈਂਸਿਵ ਟੈਕਨੋਲੋਜੀ ਅਡੋਪਟ ਕਰਨੀ ਹੈ ਉਹ ਆ ਜਾਂਦੀ ਹੈ। ਇਸ ਤੋਂ ਬਾਅਦ ਐਗਰੀਕਲਚਰ ਕ੍ਰੈਡਿਟ ਦੇ ਕਈ ਤਰ੍ਹਾਂ ਦੇ ਸੋਰਸਿਸ ਨੇ ਜਿਨ੍ਹਾਂ ਨੂੰ ਆਪਾਂ ਏਜੰਸੀਜ਼ ਵੀ ਬੋਲ ਦਿੰਦੇ ਹਾਂ। ਇਹਦੇ 'ਚ ਸਭ ਤੋਂ ਪਹਿਲੇ ਆਉਂਦਾ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ ਮਨੀ ਲੈਂਡਰਸ, ਕਮਿਸ਼ਨ ਏਜੰਟਸ ਜਿਨ੍ਹਾਂ ਨੂੰ ਅਸੀਂ ਆੜਤੀਏ ਦੇ ਨਾਮ ਨਾਲ ਜਾਣਦੇ ਹਾਂ। ਇਹ ਜਿਹੜੇ ਨੇ ਪਿੰਡਾਂ ਦੇ ਵਿੱਚ ਹੀ ਰਹਿੰਦੇ ਨੇ ਅਤੇ ਪਿੰਡਾਂ ਦੇ ਵਿੱਚ ਇਹਨਾਂ ਦਾ ਕਈਆਂ ਦਾ ਕੰਮ ਮੇਨਲੀ ਇਹੀ ਕੰਮ ਹੁੰਦਾ ਪੈਸਾ ਦੇਣਾ, ਕਈਆਂ ਦਾ ਕੰਮ ਹੁੰਦਾ ਹੈ ਕਿ ਵੈਸੇ ਨਾਲ ਉਹ ਕਿਸਾਨੀ ਦਾ ਕੰਮ ਜਾਂ ਆੜਤੀਏ ਦਾ ਕੰਮ ਕਰਦੇ ਨੇ, ਨਾਲ ਉਹ ਪੈਸੇ ਜਿਹੜੇ ਨੇ ਕਰਜ਼ੇ ਦੇ ਰੂਪ 'ਚ ਫਾਰਮਰਸ ਨੂੰ ਦਿੰਦੇ ਰਹਿੰਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਡੀਮੈਰਿਟ ਹੁੰਦੀ ਹੈ ਕਿ ਇਹ ਜ਼ਿਆਦਾਤਰ ਕਰਜ਼ਾ ਜਿਹੜਾ ਹੈ ਬਹੁਤ ਜ਼ਿਆਦਾ ਰੇਟ ਆਫ ਇੰਟਰਸਟ 'ਤੇ ਦਿੰਦੇ ਨੇ ਕਿਸਾਨਾਂ ਨੂੰ, ਅਤੇ ਦੂਸਰੀ ਡੀਮੈਰਿਟ ਇਹਨਾਂ ਦੀ ਇਹ ਹੁੰਦੀ ਹੈ ਇਹ ਕਰਜ਼ਾ ਜਿਹੜਾ ਹੈ ਜ਼ਿਆਦਾਤਰ ਪ੍ਰੋਡਕਟਿਵ ਐਕਸਪੈਂਡੀਚਰ ਲਈ ਦੇ ਦਿੰਦੇ ਨੇ, ਮਤਲਬ ਕਿ ਕੰਜ਼ੰਪਸ਼ਨ ਪਰਪਸਿਸ ਲਈ ਦੇ ਦਿੰਦੇ ਨੇ। ਇਹ ਕਦੀ ਰੀਜ਼ਨ ਨਹੀਂ ਪੁੱਛਦੇ ਫਾਰਮਰ ਤੋਂ ਕਿ ਤੈਨੂੰ ਕਿਹੜੇ ਪਰਪਸ ਦੇ ਲਈ ਕਰਜ਼ਾ ਚਾਹੀਦਾ। ਸੋ ਜ਼ਿਆਦਾਤਰ ਫਾਰਮਰਸ ਇਸ ਟਾਈਪ ਦੇ ਕਰਜ਼ੇ ਨੂੰ ਮੈਰਿਜ ਸੈਰਮਨੀਜ਼, ਅਖੰਡ ਪਾਠ ਕਰਵਾ ਲਿਆ ਜਾਂ ਕੋਈ ਐਵੇਂ ਹੀ ਇਹੋ ਜਿਹਾ ਕੰਮ ਕਰਵਾ ਲਿਆ ਜਿਹਦੇ ਤੋਂ ਇਨਵੈਸਟਮੈਂਟ ਨੂੰ, ਜਿਸ ਨੂੰ ਆਪਾਂ ਇਨਵੈਸਟਮੈਂਟ ਨਹੀਂ ਕਰਦੇ ਉਸ ਦੇ ਵਿੱਚ ਕਾਊਂਟ ਹੋ ਜਾਂਦਾ। ਇਹ ਇਹਨਾਂ ਦੀ ਡੀਮੈਰਿਟ ਇਹ ਹੈ ਕਿ ਇਹ ਐਕਸਪਲੋਇਟ ਕਰਦੇ ਨੇ। ਮੈਰਿਟ ਇਹਨਾਂ ਦੀ ਇਹ ਮੰਨੀ ਜਾਂਦੀ ਹੈ ਕਿ ਜ਼ਿਆਦਾਤਰ ਫਾਰਮਰਸ ਦਾ ਇਹੋ ਜਿਹੇ ਬੰਦਿਆਂ ਕੋਲ ਝੁਕਾਅ ਹੁੰਦਾ ਕਿਉਂਕਿ ਇਹਨਾਂ ਦੇ ਪਰਸਨਲ ਰਿਲੇਸ਼ਨਸ਼ਿਪ ਬਣੇ ਹੁੰਦੇ ਨੇ ਫਾਰਮਰਸ ਦੇ ਨਾਲ, ਅਤੇ ਫਾਰਮਰਸ ਤੋਂ ਇਹ ਕਦੀ ਵੀ ਕੋਈ
ਜਿਹੜਾ ਹੈ ਪੇਪਰ ਵਰਕ ਵਗੈਰਾ ਨਾ ਹੋਣ ਕਾਰਨ, ਸਿਕਿਉਰਿਟੀ ਨਾ ਹੋਣ ਕਾਰਨ ਫਾਰਮਰਸ ਇਹਨਾਂ ਨੂੰ ਪ੍ਰੈਫਰ ਕਰਦੇ ਨੇ। ਇਹਨਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਰਿਲੇਟਿਵਸ ਤੋਂ ਵੀ ਕਰਜ਼ਾ ਲੈ ਲਿਆ ਜਾਂਦਾ, ਫਾਰਮਰਸ ਦੇ ਵੱਲੋਂ, ਫਰੈਂਡਸ ਵੱਲੋਂ ਵੀ ਲੈ ਲਿੱਤਾ ਜਾਂਦਾ। ਉਹ ਬਹੁਤ ਘੱਟ ਕੇਸਿਸ ਹੁੰਦੇ ਨੇ, ਬਹੁਤ ਗਿਣੇ ਚੁਣੇ ਕੇਸਿਸ ਹੁੰਦੇ ਨੇ। ਅੱਗੇ ਆ ਜਾਂਦਾ ਜੇ ਆਪਾਂ ਗੱਲ ਕਰੀਏ ਕੋਆਪਰੇਟਿਵ ਕ੍ਰੈਡਿਟ ਸੁਸਾਇਟੀਜ਼ ਦੀ, ਜਿਨ੍ਹਾਂ ਨੂੰ ਆਪਾਂ ਕੋਆਪਰੇਟਿਵ ਕ੍ਰੈਡਿਟ ਇੰਸਟੀਟਿਊਸ਼ਨਸ ਵੀ ਬੋਲਦੇ ਹਾਂ। ਕੋਆਪਰੇਟਿਵ ਕ੍ਰੈਡਿਟ ਇੰਸਟੀਟਿਊਸ਼ਨਸ ਦੋ ਤਰ੍ਹਾਂ ਦੇ ਕਰਜ਼ੇ ਦਿੰਦੇ ਨੇ। ਪਹਿਲੇ ਤੇ ਹੁੰਦੇ ਨੇ ਛਮਾਈ ਕਰਜ਼ੇ, ਜਿਹਨੂੰ ਆਪਾਂ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਕਹਿ ਦਿੰਦੇ ਹਾਂ, ਕਿ ਪਿੰਡਾਂ ਵਿੱਚ ਸੁਸਾਇਟੀਆਂ ਬਣੀਆਂ ਹੋਈਆਂ ਨੇ ਗਵਰਨਮੈਂਟ ਦੇ ਇਨੀਸ਼ੀਏਟਿਵ ਦੇ ਨਾਲ। ਇਹ ਸੁਸਾਇਟੀਜ਼ ਜਿਹੜੀਆਂ ਨੇ ਛਮਾਈ ਕਰਜ਼ੇ ਦਿੰਦੀਆਂ ਨੇ, 6-6 ਮਹੀਨਿਆਂ ਦੇ ਲਈ ਕਰਜ਼ੇ ਦਿੱਤੇ ਜਾਂਦੇ ਨੇ। ਤੇ ਇਹ ਦੋ ਤਰ੍ਹਾਂ ਦੇ ਕਰਜ਼ੇ ਹੁੰਦੇ ਨੇ। ਪਹਿਲਾ ਕਰਜ਼ਾ ਹੁੰਦਾ ਜਿਹੜਾ ਉਹ ਜ਼ਮੀਨ ਦੇ ਬੇਸ ਦੇ ਉੱਤੇ ਹੁੰਦਾ, ਕਿ ਕਿੰਨੀ ਜ਼ਮੀਨ ਹੈ ਕਿਸ ਫਾਰਮਰ ਦੀ, ਉਸ ਅਕੋਰਡਿੰਗਲੀ। ਦੂਜਾ ਜਿਹੜਾ ਇਹੋ ਜਿਹਾ ਕਰਜ਼ਾ ਵੀ ਉਹਨਾਂ ਨੇ ਫੈਸਿਲਿਟੀ ਰੱਖੀ ਹੋਈ ਹੈ ਕਿ ਜੇ ਕਿਸੇ ਕਿਸਾਨ ਤੋਂ ਜ਼ਮੀਨ ਨਹੀਂ ਵੀ ਹੈ, ਜਿਵੇਂ ਕਈ ਜਿਹੜੇ ਨੇ ਪਿੰਡਾਂ 'ਚ ਲੋਕ ਰਹਿੰਦੇ ਨੇ, ਉਹ ਕੰਟਰੈਕਟ ਦੇ ਉੱਤੇ ਹੈ ਨਾ ਖੇਤੀ ਕਰਦੇ ਨੇ, ਤਾਂ ਉਹਨਾਂ ਕੋਲ ਜ਼ਮੀਨ ਨਹੀਂ ਵੀ ਹੁੰਦੀ, ਉਹਨਾਂ ਨੂੰ ਵੀ ਕਰਜ਼ਾ ਦੇ ਦਿੱਤਾ ਜਾਂਦਾ। ਕਰਜ਼ੇ ਦੀ ਟਾਈਪ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰ ਜੇ ਫਾਰਮਰ ਚਾਹੇ ਤਾਂ, ਜਿਵੇਂ ਮੰਨ ਲਓ ਫਾਰਮਰ ਨੇ 60,000 ਦਾ ਜਾਂ 1 ਲੱਖ ਦਾ ਕਰਜ਼ਾ ਲੈਣਾ, ਤਾਂ ਫਾਰਮਰ ਤੋਂ ਆਪਸ਼ਨ ਹੈ ਕਿ ਫਾਰਮਰ 1 ਲੱਖ ਰੁਪਇਆ ਕੈਸ਼ ਲੈਣਾ ਚਾਹੁੰਦਾ, ਜਾਂ ਉਹਦੇ ਵਿੱਚੋਂ ਦੀ 20,000 ਦਾ ਬੀਜ ਜਾਂ ਯੂਰੀਆ ਜਾਂ DAP, ਇਹੋ ਜਿਹੀ ਫਾਸਫੋਰਸ, ਇਹੋ ਜਿਹੀਆਂ ਚੀਜ਼ਾਂ ਲੈਣਾ ਚਾਹੁੰਦਾ, ਜਾਂ ਸਾਰੇ ਦਾ ਸਾਰਾ ਕੈਸ਼ ਵਿੱਚ ਲੈਣਾ ਚਾਹੁੰਦਾ। ਸੋ ਮਿਕਸ ਵੀ ਲੈ ਲੈਂਦੇ ਹੁੰਦੇ ਨੇ ਫਾਰਮਰਸ, ਅੱਧਾ ਕੈਸ਼ ਵਿੱਚ ਲੈ ਲਿਆ, ਅੱਧਾ ਇਹੋ ਜਿਹੇ ਬੀਜ ਵਗੈਰਾ ਲੈ ਕੇ ਵੀ ਸਾਰ ਲੈਂਦੇ ਹੁੰਦੇ ਨੇ। ਸੋ ਇਹ ਛਮਾਈ ਕਰਜ਼ੇ ਹੋਣ ਦੇ ਕਾਰਨ ਫਾਰਮਰਸ ਦਾ ਇਹਨਾਂ ਵੱਲ ਟਰੈਂਡ ਹੁੰਦਾ, ਤੇ ਇਹਨਾਂ ਦੇ ਰੇਟ ਵੀ ਜਿਹੜੇ ਨੇ ਮਾਰਕੀਟ ਰੇਟ ਨਾਲੋਂ ਥੋੜ੍ਹੇ ਘੱਟ ਹੁੰਦੇ ਨੇ। ਇੱਕ ਇਹ ਹੁੰਦੇ ਨੇ ਸ਼ਾਰਟ ਟਰਮ ਛਮਾਈ ਕਰਜ਼ੇ, ਹੈ ਨਾ, ਸ਼ਾਰਟ ਟਰਮ ਐਂਡ ਮੀਡੀਅਮ ਟਰਮ ਕਰਜ਼ੇ ਹੁੰਦੇ ਨੇ। ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਦੇ ਵੱਲੋਂ ਇੱਕ ਲੈਂਡ ਡਿਵੈਲਪਮੈਂਟ ਬੈਂਕਸ ਵੀ ਹੁੰਦੇ ਨੇ, ਜਿਹੜੇ ਕਿ ਕਿਸਾਨਾਂ ਨੂੰ ਲੌਂਗ ਟਰਮ ਕਰਜ਼ੇ ਦਿੰਦੇ ਨੇ। ਜੇ ਕਿਸਾਨ ਨੇ ਜ਼ਮੀਨ ਖਰੀਦਣੀ ਹੈ, ਜ਼ਮੀਨ 'ਚ ਕੋਈ ਇੰਪਰੂਵਮੈਂਟ ਕਰਨੀ ਹੈ, ਤਾਂ ਉਸ ਜਾਂ ਕੋਈ ਮਸ਼ੀਨਾਂ ਲੈਣੀਆਂ ਨੇ, ਤਾਂ ਉਸ ਟਾਈਮ ਦੇ ਉੱਤੇ ਲੈਂਡ ਡਿਵੈਲਪਮੈਂਟ ਬੈਂਕ ਦੇ ਕੋਲ ਜਾ ਕੇ ਕੋਆਪਰੇਟਿਵ ਕ੍ਰੈਡਿਟ ਜਿਹੜੇ ਨੇ ਲੈ ਸਕਦੇ ਨੇ ਫਾਰਮਰਸ। ਇਸ ਤੋਂ ਇਲਾਵਾ ਗਵਰਨਮੈਂਟ ਨੇ ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਈ ਹੈ 1963 ਵਿੱਚ, ਜਿਹਦਾ ਮੇਨ ਆਬਜੈਕਟਿਵ ਹੈ ਕੋਆਪਰੇਟਿਵ ਸੈਕਟਰ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕਰਕੇ, ਜਿਵੇਂ ਪੋਲਟਰੀ ਫਾਰਮਿੰਗ ਹੋ ਗਈ, ਫਿਸ਼ਰੀ ਹੋ ਗਈ, ਡੈਰੀ ਫਾਰਮਿੰਗ ਹੋ ਗਈ, ਇਹੋ ਜਿਹੇ, ਜਾਂ ਫਰੂਟਸ, ਕੋਕੋਨਟ, ਹਨੀ, ਆਲ ਓਵਰ ਇੰਡੀਆ ਦੇ ਵਿੱਚ ਜਿਹੜੇ ਨੇ ਅਲੱਗ-ਅਲੱਗ ਜਿਹੜੇ ਨੇ ਫਾਰਮਿੰਗ ਦੇ ਜਿਹੜੇ ਸੈਂਟਰਸ ਬਣੇ ਹੋਏ ਨੇ, ਜਿਵੇਂ ਫਰੂਟਸ ਦੇ ਲਈ ਅਲੱਗ, ਕੋਕੋਨਟ ਲਈ ਅਲੱਗ, ਮੱਛੀ ਪਾਲਣ ਦੇ ਲਈ ਅਲੱਗ ਤਰ੍ਹਾਂ ਦੇ ਕਰਜ਼ੇ ਜਿਹੜੇ ਨੇ ਸਪੈਸੀਫਿਕਲੀ ਡਿਜ਼ਾਈਨ ਕੀਤੇ ਗਏ ਨੇ, ਤਾਂ ਕਿ ਫਾਰਮਰਸ ਨੂੰ ਹੈਲਪ ਮਿਲ ਸਕੇ। ਇਹ ਜਿਹੜੀ ਹੈ ਆਰਗੇਨਾਈਜੇਸ਼ਨ, ਕਾਰਪੋਰੇਸ਼ਨ ਜਿਹੜੀ ਹੈ, ਇਹ ਪ੍ਰੋਸੈਸਿੰਗ ਦੇ ਲਈ, ਮਾਰਕੀਟਿੰਗ ਦੇ ਲਈ, ਸਟੋਰੇਜ ਦੇ ਲਈ, ਇਹਨਾਂ ਕੰਮਾਂ ਦੇ ਲਈ ਫਾਰਮਰਸ ਨੂੰ ਕਰਜ਼ੇ ਦਿੰਦੀ ਹੈ। ਸਭ ਤੋਂ ਵੱਡਾ ਜਿਹੜਾ ਹੈ ਫਾਰਮਿੰਗ ਦੇ ਵਿੱਚ ਜਿਹੜਾ ਕਰਜ਼ੇ ਦੇ ਵਿੱਚ ਰੋਲ ਹੁੰਦਾ, ਦੈਟ ਇਜ਼ ਦ ਰੋਲ ਆਫ ਦ ਗਵਰਨਮੈਂਟ। ਗਵਰਨਮੈਂਟ ਦਾ ਰੋਲ ਇਹਦੇ ਵਿੱਚ ਬਹੁਤ ਵੱਡਾ ਹੈ। ਗਵਰਨਮੈਂਟ ਦਾ ਰੋਲ ਇਹ ਹੈ ਕਿ ਗਵਰਨਮੈਂਟ ਚਾਹੇ ਤਾਂ ਫਾਰਮਰਸ ਦੇ ਤਕਾਵੀ ਲੋਨਸ ਵੀ ਜਿਹੜੇ ਨੇ ਗਵਰਨਮੈਂਟ ਜਿਹੜੇ ਨੇ ਇਸ਼ੂ ਕਰ ਸਕਦੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਐਮਰਜੈਂਸੀਜ਼ ਦੇ ਕੇਸਿਸ ਦੇ ਵਿੱਚ, ਵਾਰ ਆ ਗਿਆ, ਫਲੱਡ ਆ ਗਿਆ, ਅਰਥਕਵੇਕ ਆ ਗਿਆ, ਫੈਮਾਈਨ ਆ ਗਿਆ, ਕੋਈ ਵੀ ਤਰ੍ਹਾਂ ਦਾ ਕਾਲ, ਤਾਂ ਗਵਰਨਮੈਂਟ ਜਿਹੜੇ ਨੇ ਤਕਾਵੀ ਲੋਨਸ ਜਿਹੜੇ ਨੇ ਡਾਇਰੈਕਟਲੀ ਫਾਰਮਰਸ ਨੂੰ ਐਮਰਜੈਂਸੀ ਦੀ ਕੰਡੀਸ਼ਨਸ ਦੇ ਵਿੱਚ ਦੇ ਦਿੰਦੀ ਹੈ। ਤੇ ਗਵਰਨਮੈਂਟ ਤੋਂ ਇਹ ਵੀ ਰਾਈਟ ਹੈ ਕਿ ਗਵਰਨਮੈਂਟ ਜੇ ਚਾਹੇ ਤਾਂ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਵੀ ਕਰ ਸਕਦੀ ਹੈ। ਸੋ ਇਸ ਦਾ ਨੈਕਸਟ ਟੌਪਿਕ, ਨੈਕਸਟ ਪਾਰਟ ਇਹਦਾ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਟਿਲ ਨਾਓ ਗਵਰਨਮੈਂਟ ਤੱਕ ਆਪਾਂ ਸੋਰਸਿਸ ਆਫ ਰੂਰਲ ਕ੍ਰੈਡਿਟ ਜਿਹੜੇ ਨੇ ਕੀਤੇ ਨੇ। ਥੈਂਕ ਯੂ।